ਸਤਿ ਸ਼੍ਰੀ ਅਕਾਲ, ਨਮਸਤੇ ਬੱਚਿਓ। ਜੀ ਆਇਆਂ ਨੂੰ ਤੁਹਾਡੇ ਮੇਰੇ ਚੈਨਲ ਲਰਨਿੰਗ ਪੰਜਾਬੀ ਵਿਦ ਮੋਹਿਤਾ ਵਿੱਚ। ਉਮੀਦ ਕਰ ਰਹੀ ਹਾਂ ਲਾਕਡਾਊਨ ਦੇ ਹਾਲਾਤ ਵਿੱਚ ਤੁਸੀਂ ਆਪਣੇ ਘਰ ਵਿੱਚ ਰਹਿ ਕੇ ਪੰਜਾਬੀ ਦੀ ਜਾਂ ਬਾਕੀ ਸਾਰੇ ਵਿਸ਼ਿਆਂ ਦੀ ਪੜ੍ਹਾਈ ਜਾਰੀ ਰੱਖ ਰਹੇ ਹੋ। ਸੋ ਜੋ ਅਸੀਂ ਪੰਜਾਬੀ ਦੀ ਕਵਿਤਾ ਕਰ ਰਹੇ ਹਾਂ ਭਾਈ ਵੀਰ ਸਿੰਘ ਦੇ ਲਿਖੀ ਹੋਈਆਂ, ਉਸ ਕੜੀ ਵਿੱਚ ਅਗਲੀ ਕਵਿਤਾ 12ਵੀਂ ਕਲਾਸ ਦੀ ਜੋ ਹੈ ਭਾਈ ਵੀਰ ਸਿੰਘ ਦੀ ਲਿਖੀ ਹੋਈ ਕੰਬ ਦੀ ਕਲਾਈ। ਅੱਜ ਅਸੀਂ ਉਸ ਦਾ ਅਧਿਐਨ ਕਰਾਂਗੇ। ਕੰਬ ਦੀ ਕਲਾਈ। ਕਲਾਈ ਕਿਸ ਨੂੰ ਕਹਿੰਦੇ ਹਨ? ਗੁੱਟ ਨੂੰ। ਬਾਂਹ ਦੇ ਹੱਥ ਵਿੱਚ ਤੇ ਬਿਲਕੁਲ ਮੂਹਰੇ ਜਿਹੜਾ ਆਉਂਦਾ ਉਸ ਨੂੰ ਕਹਿੰਦੇ ਹਨ ਕਲਾਈ ਜਾਂ ਗੁੱਟ। ਇਸ ਕਵਿਤਾ ਵਿੱਚ ਭਾਈ ਵੀਰ ਸਿੰਘ ਜੀ ਨੇ ਭਾਈ ਵੀਰ ਜੀ ਨੂੰ ਸੁਪਨੇ ਵਿੱਚ ਆਪਣੇ ਪ੍ਰਭੂ ਪਿਆਰੇ ਮਿਲੇ ਹਨ, ਪ੍ਰਭੂ ਪ੍ਰੀਤਮ ਜਿਹੜੇ ਮਿਲੇ ਹਨ, ਤੇ ਉਹਨਾਂ ਨੂੰ ਮਿਲ ਕੇ ਜਿਹੜਾ ਉਹਨਾਂ ਨੂੰ ਸੂਖਮ ਤੇ ਵਿਸਮਾਦਮਈ ਵਿਸਮਾਦਮਈ ਦਾ ਮਤਲਬ ਹੁੰਦਾ ਅਦੁਭਤ ਜਿਹੜਾ ਮਿਲਾਪ ਦਾ ਅਨੁਭਵ ਹੋਇਆ ਹੈ, ਉਹਨਾਂ ਨੇ ਇਸ ਕਵਿਤਾ ਵਿੱਚ ਆਪਣਾ ਉਸ ਨੂੰ ਬਿਆਨ ਕੀਤਾ ਹੈ। ਪਹਿਲੀ ਲਾਈਨ ਵਿੱਚ ਭਾਈ ਸਾਹਿਬ ਕਹਿ ਰਹੇ ਹਨ, ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਕਿ ਇਹ ਪ੍ਰਭੂ ਜੀ ਤੁਸੀਂ ਸਾਨੂੰ ਸੁਪਨੇ ਵਿੱਚ ਮਿਲੇ ਸੀ। ਅਸਾਂ ਤਾਗਲ ਵਕੜੀ ਪਾਈ। ਤਾਗਲ ਵਕੜੀ ਕਿ ਪ੍ਰਭੂ ਜੀ ਤੁਸੀਂ ਮੈਨੂੰ ਸੁਪਨੇ 'ਚ ਮਿਲੇ ਤੇ ਮੈਂ ਤੁਹਾਨੂੰ ਦੇਖਦਿਆਂ ਹੀ ਦੌੜ ਕੇ ਤੁਹਾਡੇ ਗਲੇ ਵਿੱਚ ਬਾਹਾਂ ਪਾ ਦਿੱਤੀਆਂ। ਗਲਵਕੜੀ ਪਾਣੀ ਮਤਲਬ ਬਾਹਾਂ ਦੂਸਰੇ ਦੇ ਗਲੇ ਵਿੱਚ ਪਾ ਦੇਣੀਆਂ। ਫਿਰ ਕਹਿ ਰਿਹਾ ਦੂਸਰੀ ਲਾਈਨ 'ਚ, ਨਿਰਾ ਨੂਰ, ਨਿਰਾ ਮਤਲਬ ਸਿਰਫ, ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ। ਕਵੀ ਜੀ ਕਹਿ ਰਹੇ ਹਨ ਕਿ ਪ੍ਰਭੂ ਜੀ ਤੁਸੀਂ ਮੈਨੂੰ ਸੁਪਨੇ 'ਚ ਮਿਲੇ ਤੇ ਮੈਂ ਤੁਹਾਨੂੰ ਦੇਖਦੇ ਹੀ ਦੌੜ ਕੇ ਤੁਹਾਡੇ ਗਲੇ ਵਿੱਚ ਬਾਹਾਂ ਪਾ ਦਿੱਤੀਆਂ, ਪਰ ਮੇਰੀਆਂ ਬਾਹਾਂ ਵਿੱਚ ਕੁਝ ਨਾ ਸਕਿਆ, ਕਿਉਂਕਿ ਤੁਹਾਡਾ ਆਮ ਮਨੁੱਸ਼ਾਂ ਵਾਂਗ ਕੋਈ ਸਰੀਰ ਨਹੀਂ ਸੀ। ਤੁਹਾਡੀ ਹੋਂਦ ਜਿਹੜੀ ਸੀ ਉਹ ਤਾਂ ਸਿਰਫ ਇੱਕ ਨੂਰ ਜਾਂ ਇੱਕ ਰੌਸ਼ਨੀ ਦੇ ਰੂਪ ਵਿੱਚ ਸੀ, ਜਿਸ ਨੂੰ ਨਾ ਤਾਂ ਬਾਹਾਂ ਦੀ ਗਲਵਕੜੀ ਵਿੱਚ ਲਿਆ ਜਾ ਸਕਦਾ ਸੀ ਤੇ ਨਾ ਹੀ ਹੱਥਾਂ ਨਾਲ ਫੜਿਆ ਜਾ ਸਕਦਾ ਸੀ। ਇਸ ਕਰਕੇ ਤੁਸੀਂ ਮੇਰੇ ਹੱਥਾਂ ਵਿੱਚ ਨਾ ਆ ਸਕੇ। ਤਾ ਚਰਨਾਂ ਤੇ ਸੀਸ ਨਿਵਾਇਆ ਸਾਡੇ ਮੱਥੇ ਛੋ ਨਾ ਪਾਈ। ਫਿਰ ਅੱਗੇ ਕਵੀ ਕਹਿ ਰਹੇ ਹਨ ਕਿ ਜਦੋਂ ਮੈਂ ਤੁਹਾਨੂੰ ਗਲੇ 'ਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਮੇਰੇ ਹੱਥ ਗਲੇ ਨਹੀਂ ਲੱਗ ਸਕੇ, ਕਿਉਂਕਿ ਤੁਹਾਡਾ ਕੋਈ ਸਰੀਰ ਨਹੀਂ ਸੀ, ਕਿਉਂਕਿ ਪਰਮਾਤਮਾ ਦਾ ਕੋਈ ਸਰੀਰ ਥੋੜੀ ਹੈ, ਉਹ ਤਾਂ ਇੱਕ ਨੂਰ, ਇੱਕ ਰੌਸ਼ਨੀ ਹੈ, ਤੇ ਉਹਨੂੰ ਆਪਣੇ ਹੱਥਾਂ ਤੇ ਕਵੀ ਨੂੰ ਮਹਿਸੂਸ ਹੀ ਨਹੀਂ ਹੋਇਆ। ਕਹਿੰਦਾ ਜਦੋਂ ਮੈਨੂੰ ਆਪਣੇ ਹੱਥਾਂ 'ਚ ਮਹਿਸੂਸ ਨਹੀਂ ਹੋਇਆ, ਮੈਂ ਗਲੇ 'ਚ ਤੁਹਾਨੂੰ ਨਹੀਂ ਲੈ ਸਕਿਆ, ਤਾਂ ਫਿਰ ਮੈਂ ਤੁਹਾਡੇ ਚਰਨਾਂ ਤੇ ਸੀਸ ਨਿਵਾਇਆ, ਤੁਹਾਨੂੰ ਮੱਥਾ ਟੇਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਸਾਡੇ ਮੱਥੇ ਛੋ ਨਾ ਪਾਈ। ਲੇਕਿਨ ਮੇਰੇ ਮੱਥੇ ਨੂੰ ਵੀ ਮੇਰੇ ਮੱਥੇ ਨੂੰ ਵੀ ਤੁਹਾਡੇ ਚਰਨਾਂ ਦਾ ਕੋਈ ਸਪਰਸ਼ ਜਿਹੜਾ ਸੀ ਉਹ ਮਹਿਸੂਸ ਨਹੀਂ ਹੋ ਸਕਿਆ ਵੀ। ਤੁਸੀਂ ਉੱਚੇ ਅਸੀਂ ਨੀਵੇਂ ਸਾਂ ਸਾਡੀ ਪੇਸ਼ ਨਾ ਗਈਆਂ ਕੋਈ। ਕਹਿ ਰਹੇ ਤੁਸੀਂ ਪਰਮਾਤਮਾ ਜੀ ਵੈਸੇ ਵੀ ਸਾਡੇ ਤੋਂ ਉੱਚੇ ਹੈ ਹੀ ਹੋ, ਤੇ ਮੇਰੀ ਤੁਹਾਡੇ ਅੱਗੇ ਕੀ ਪੇਸ਼ ਜਾ ਸਕਦੀ ਆ ਕਿ ਜੇਕਰ ਤੁਹਾਨੂੰ ਮੈਂ ਸਪਰਸ਼ ਨਹੀਂ ਕਰ ਪਾਇਆ ਵੀ ਜਾਂ ਤੁਹਾਨੂੰ ਮਹਿਸੂਸ ਨਹੀਂ ਕਰ ਪਾਇਆ, ਕਿਉਂਕਿ ਤੁਹਾਡਾ ਸੂਖਮ ਸਰੀਰ ਨਹੀਂ ਹੈ, ਤੁਹਾਡਾ ਸਥੂਲ ਸਰੀਰ ਨਹੀਂ ਹੈ, ਉਸ ਨੂੰ ਮਹਿਸੂਸ ਨਹੀਂ ਕਰ ਪਾਇਆ, ਤੇ ਮੇਰੀ ਤੁਹਾਡੇ ਅੱਗੇ ਕੋਈ ਵੱਸ ਵੀ ਨਹੀਂ ਚੱਲ ਸਕਦਾ, ਕਿਉਂਕਿ ਤੁਸੀਂ ਸਾਡੇ ਤੋਂ ਉੱਚੇ ਹੋ। ਫਿਰ ਅਗਲੇ ਪੈਰੇ ਵਿੱਚ ਭਾਈ ਵੀਰ ਸਿੰਘ ਜੀ ਕਹਿ ਰਹੇ ਨੇ, ਫਿਰ ਲੜ ਫੜਨੇ ਨੂੰ ਉੱਠ ਦੌੜੇ ਲਾੜਿਓ ਬਿਜਲੀ ਲਹਿਰਾਂ। ਭਾਈ ਸਾਹਿਬ ਜੀ ਲਿਖ ਰਹੇ ਹਨ, ਭਾਈ ਵੀਰ ਸਿੰਘ ਜੀ ਲਿਖ ਰਹੇ ਹਨ ਕਿ ਹੇ ਪਿਆਰੇ ਪ੍ਰਭੂ, ਜਦੋਂ ਮੈਂ ਤੁਹਾਡੇ ਨੂਰ ਵਰਗੇ ਸੂਖਮ ਸਰੀਰ ਨੂੰ ਗਲਵਕੜੀ ਪਾ ਕੇ ਆਪਣੀ ਬਾਹਾਂ ਵਿੱਚ ਨਾ ਘੁੱਟ ਸਕੀ, ਨਾ ਲੈ ਸਕੀ, ਤਾਂ ਮੈਂ ਤੁਹਾਡੇ ਪੱਲੇ ਦਾ ਲੜ ਫੜਨ ਲਈ ਉੱਠ ਕੇ ਮਗਰ ਦੌੜੀ। ਪੱਲੇ ਦਾ ਲੜ ਮਤਲਬ ਜਿਵੇਂ ਕੁੜਤਾ ਪਾਇਆ ਜਾਂ ਕੱਪੜਾ ਪਾਇਆ, ਚੁੰਨੀ ਦਾ ਕਿਨਾਰਾ, ਉਹਨੂੰ ਕੋਨੇ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਇੱਕ ਲੜ ਫੜਨ ਨੂੰ ਮੈਂ ਪਿੱਛੇ ਤੁਹਾਡੇ ਦੌੜੀ ਹਾਂ। ਪਰ ਉਹ ਜਿਹੜਾ ਤੁਹਾਡਾ ਲੜ ਸੀ, ਤੁਹਾਡੇ ਕੱਪੜੇ ਦਾ ਇੱਕ ਕੋਨਾ ਸੀ, ਕਿਨਾਰਾ ਸੀ, ਲੜ ਸੀ, ਉਹ ਵੀ ਕੋਈ ਸਥੂਲ ਚੀਜ਼ ਨਹੀਂ ਸੀ। ਸਥੂਲ ਮਤਲਬ ਜਿਵੇਂ ਅਸੀਂ ਆਮ ਰੂਟੀਨ 'ਚ ਕੱਪੜੇ ਪਾਉਂਦੇ ਹਾਂ, ਉਹਨੂੰ ਫੜੋ ਤੇ ਮਹਿਸੂਸ ਕਰ ਸਕਦੇ ਹਾਂ, ਪਰ ਪਰਮਾਤਮਾ ਦਾ ਜਿਹੜਾ ਲੜ ਸੀ ਉਹ ਵੀ ਸਥੂਲ ਚੀਜ਼ ਨਹੀਂ ਸੀ, ਸੂਖਮ ਸੀ। ਉਹ ਬਿਜਲੀ ਦੀ ਲਹਿਰ ਵਾਂਗ ਸੂਖਮ ਤੇ ਨੂਰਾਨੀ ਸੀ, ਭਾਵ ਕਿ ਉਹ ਮੇਰੇ ਹੱਥ ਵਿੱਚ ਫੜਿਆ ਨਾ ਜਾ ਸਕਿਆ। ਉੱਡਦਾ ਜਾਂਦਾ ਪਰ ਉਹ ਆਪਣੀ ਸਾਨੂੰ ਛੋ ਗਿਆ ਲਾਈ। ਪਰ ਕਹਿ ਰਹੇ ਭਾਈ ਸਾਹਿਬ ਅੱਗੇ ਕਹਿ ਰਹੇ ਨੇ ਕਿ ਮੈਂ ਤੁਹਾਡੇ ਜਦੋਂ ਪ੍ਰਭੂ ਜੀ ਲੜ ਫੜਨ ਨੂੰ ਉੱਠ ਦੌੜੀ, ਭੱਜੀ ਤੁਹਾਡੇ ਮਗਰ, ਤੁਹਾਡਾ ਲੜ ਵੀ ਮੇਰੇ ਹੱਥ 'ਚ ਨਹੀਂ ਆਇਆ, ਕਿਉਂਕਿ ਉਹ ਤਾਂ ਇੱਕ ਬਿਜਲੀ ਦੀ ਲਹਿਰ ਵਾਂਗ ਇੱਕ ਨੂਰ ਸੀ। ਪਰ ਜਦੋਂ ਤੁਸੀਂ ਉੱਡਦੇ ਜਾ ਰਹੇ ਤਾਂ ਮੈਨੂੰ ਆਪਣੀ ਛੋ ਲਾ ਗਏ ਹੋ, ਮਤਲਬ ਤੁਹਾਡਾ ਜਾਂਦੇ ਜਾਂਦੇ ਤੁਹਾਡੇ ਇੱਕ ਲੜ ਦਾ, ਕਿਉਂਕਿ ਪ੍ਰਭੂ ਦੀ ਇੱਛਾ ਹੋਈ ਤੇ ਪ੍ਰਭੂ ਦੇ ਲੜ ਦਾ ਜਿਹੜਾ ਇੱਕ ਸਪਰਸ਼ ਸੀ ਉਸ ਕਵੀ ਨੂੰ ਸੁਪਨੇ ਵਿੱਚ ਮਿਲ ਗਿਆ। ਤੇ ਕਹਿੰਦੇ ਜੋ ਹੀ ਉਸ ਨੂੰ ਕਵੀ ਨੂੰ ਪਰਮਾਤਮਾ ਦੇ ਕੱਪੜੇ ਦੇ ਲੜ ਦਾ ਸਪਰਸ਼ ਇੱਕ ਮਿਲਿਆ, ਫਿਰ ਅੱਗੇ ਕੀ ਕਹਿ ਰਿਹਾ, ਮਿੱਟੀ ਚਮਕ ਪਈ ਇਹ ਮੋਈ। ਮਿੱਟੀ ਉਸਨੇ ਆਪਣੇ ਸਰੀਰ ਨੂੰ ਕਿਹਾ ਕਿ ਜਿਵੇਂ ਮੇਰਾ ਸਰੀਰ ਵਿੱਚ ਇੱਕਦਮ ਜਾਨ ਆ ਗਈ, ਤੁਹਾਡਾ ਸਪਰਸ਼ ਮਿਲਦੇ ਸਾਰ ਹੀ ਮੇਰੇ ਸਰੀਰ 'ਚ ਇੱਕ ਜਾਨ ਆ ਗਈ। ਮਿੱਟੀ ਚਮਕ ਪਈ ਇਹ ਮੋਈ, ਮੋਈ ਮਤਲਬ ਹੁੰਦਾ ਮਰੀ ਹੋਈ, ਕਿ ਮੇਰਾ ਸਰੀਰ ਤਾਂ ਮਰਿਆ ਬਰਾਬਰ ਸੀ, ਤੁਹਾਡਾ ਸਪਰਸ਼ ਪਾ ਕੇ ਇੱਕਦਮ ਇਸ ਦੇ ਵਿੱਚ ਕੀ ਸੀ, ਜਾਨ ਆ ਗਈ। ਤੇ ਤੁਸੀਂ ਲੂਆਂ ਵਿੱਚ ਲਿਸ਼ਕੇ, ਲੂ ਹੁੰਦੇ ਰੋਮ ਰੋਮ, ਕਹਿੰਦੇ ਕਿ ਤੁਸੀਂ ਮੇਰੇ ਲੂ ਵਿੱਚ, ਰੋਮ ਰੋਮ ਵਿੱਚ ਤੁਹਾਡਾ ਨੂਰ ਜਿਹੜਾ ਸੀ ਲਿਸ਼ਕ ਪਿਆ। ਬਿਜਲੀ ਕੂੰਦ ਗਈ ਥਰ ਥਰਾਂਦੀ ਹੁਣ ਚਕਾ ਚੂੰਦ ਹੈ ਆਈ।
ਕਹਿੰਦੇ ਤੁਹਾਡਾ ਜਿਹੜਾ ਪੱਲਾ ਸੀ ਮੇਰੀ ਅੱਖਾਂ ਸਾਹਮਣੇ ਬੱਦਲਾਂ ਵਿੱਚ ਕੰਬਦੀ ਹੋਈ ਬਿਜਲੀ ਵਾਂਗ ਇੰਨਾ ਤੇਜ਼ ਚਮਕਿਆ, ਇਤਨੀ ਜ਼ੋਰ ਨਾਲ ਚਮਕਿਆ ਕਿ ਮੇਰੀ ਅੱਖਾਂ ਚੁੰਧਿਆ ਕੇ ਬੰਦ ਹੋ ਗਈਆਂ। ਜਿਵੇਂ ਅਸੀਂ ਇੱਕਦਮ ਬਹੁਤ ਤੇਜ਼ ਰੋਸ਼ਨੀ ਵੇਖ ਲਈਏ ਤਾਂ ਸਾਡੀ ਅੱਖਾਂ ਤੇ ਇੱਕਦਮ ਬੰਦ ਹੋ ਜਾਂਦੀਆਂ ਨੇ ਨਾ, ਖੁੱਲ੍ਹ ਨਹੀਂ ਪਾਉਂਦੀਆਂ ਵੀ। ਉਸੇ ਤਰ੍ਹਾਂ ਕਵੀ ਕਹਿ ਰਹੇ ਨੇ ਕਿ ਤੁਹਾਨੂੰ ਜਿਸ ਤਰ੍ਹਾਂ ਮੇਰੇ ਸਰੀਰ ਵਿੱਚ ਇੱਕਦਮ ਜਾਨ ਆ ਗਈ, ਤਾਂ ਜਦੋਂ ਤੁਸੀਂ ਉੱਪਰ ਉੱਡਦੇ ਜਾ ਰਹੇ ਸੀ ਤੁਹਾਡਾ ਜਿਹੜਾ ਪੱਲਾ ਸੀ ਉਹ ਮੇਰੀ ਅੱਖਾਂ ਸਾਹਮਣੇ ਬੱਦਲਾਂ ਵਿੱਚ ਕੰਬਦੀ ਹੋਈ ਬਿਜਲੀ ਵਾਂਗ ਇੰਨੀ ਤੇਜ਼ ਚਮਕਿਆ ਕਿ ਮੇਰੀ ਅੱਖਾਂ ਚੁੰਧਿਆ ਕੇ ਬੰਦ ਹੋ ਗਈਆਂ ਅਤੇ ਹੁਣ ਮੇਰੇ ਆਲੇ ਦੁਆਲੇ ਇਸ ਤਰ੍ਹਾਂ ਹਨੇਰਾ ਛਾ ਗਿਆ ਹੈ, ਜਿਸ ਤਰ੍ਹਾਂ ਤੇਜ਼ ਰੋਸ਼ਨੀ ਦੇਖਣ ਤੋਂ ਬਾਅਦ ਅੱਖਾਂ ਨੂੰ ਹਰ ਪਾਸੇ ਹਨੇਰਾ ਹੀ ਹਨੇਰਾ ਦਿਖਾਈ ਦਿੰਦਾ ਹੈ। ਜਿਵੇਂ ਤੁਸੀਂ ਕਿੰਨੀ ਦੇਰ ਵਿੱਚ ਬਾਹਰ ਧੁੱਪ ਵਿੱਚ ਬੈਠੇ ਹੋਵੋ ਤਾਂ ਆਪਣੇ ਕਮਰੇ 'ਚ ਆਉਂਦੇ ਹੋ, ਤੁਹਾਨੂੰ ਇੱਕਦਮ ਨਜ਼ਰ ਨਹੀਂ ਕੁਛ ਆਉਂਦਾ ਨਾ, ਹਨੇਰਾ ਹਨੇਰਾ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਕਵੀ ਕਹਿ ਰਹੇ ਨੇ ਕਿ ਤੁਹਾਡਾ ਜੋ ਉੱਪਰ ਪਰਮਾਤਮਾ ਜੀ ਤੁਸੀਂ ਉੱਡਦੇ ਜਾ ਰਹੇ ਹੋ, ਤੁਹਾਡਾ ਜਿਹੜਾ ਬਿਜਲੀ ਲਹਿਰ ਤੁਹਾਡੇ ਕੱਪੜੇ ਸੀ ਇਸ ਤਰ੍ਹਾਂ ਇੰਨੀ ਤੇਜ਼ ਨਾਲ ਚਮਕੇ, ਇੰਨੀ ਤੇਜ਼ ਰੋਸ਼ਨੀ ਹੋ ਗਈ ਕਿ ਮੇਰੀ ਅੱਖਾਂ ਵੀ ਚਕਾਚੌਂਧ ਹੋ ਗਈਆਂ। ਔਰ ਉਸ ਤੋਂ ਬਾਅਦ ਵਿੱਚ ਹੁਣ ਇੰਨਾ ਹਨੇਰਾ ਛਾ ਗਿਆ ਹੈ ਕਿ ਜਿਸ ਤਰ੍ਹਾਂ ਤੇਜ਼ ਰੋਸ਼ਨੀ ਦੇਖਣ ਤੋਂ ਬਾਅਦ ਮਨੁੱਖ ਨੂੰ ਹਰ ਪਾਸੇ ਹਨੇਰਾ ਹੀ ਦਿਖਾਈ ਦਿੰਦਾ, ਉਸੇ ਤਰ੍ਹਾਂ ਮੈਨੂੰ ਵੀ ਹਨੇਰਾ ਹੀ ਦਿਖਾਈ ਦੇ ਰਿਹਾ ਹੈ। ਸੋ ਇਹ ਕਵਿਤਾ ਸੀ ਭਾਈ ਵੀਰ ਸਿੰਘ ਜੀ ਦੀ ਕੰਬਦੀ ਕਲਾਈ। ਉਹਨਾਂ ਨੂੰ ਪਰਮਾਤਮਾ ਨੇ ਜੋ ਸੁਪਨੇ 'ਚ ਦਰਸ਼ਨ ਦਿੱਤੇ, ਜਾਂ ਉਹਨਾਂ ਨੂੰ ਮਿਲੇ, ਜੋ ਉਹਨਾਂ ਨੂੰ ਸੁਪਨਾ ਆਇਆ, ਜੋ ਉਹਨਾਂ ਨੇ ਜੋ ਮਹਿਸੂਸ ਕੀਤਾ, ਉਹ ਉਹਨਾਂ ਨੇ ਕਵਿਤਾ ਵਿੱਚ ਬਿਆਨ ਕੀਤਾ। ਆਸ ਕਰਦੀ ਹਾਂ ਤੁਹਾਨੂੰ ਕੰਬਦੀ ਕਲਾਈ ਭਾਈ ਵੀਰ ਸਿੰਘ ਜੀ ਦੀ ਕਵਿਤਾ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਪਰ ਜੇ ਕੋਈ ਚੀਜ਼ ਨਹੀਂ ਸਮਝ ਆਈ ਜਾਂ ਕੋਈ ਔਖੇ ਸ਼ਬਦ ਨੇ, ਜੋ ਮੁਸ਼ਕਿਲ ਸ਼ਬਦ ਨਹੀਂ ਸਮਝ ਆਏ, ਤਾਂ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ, ਮੈਂ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਆਸ ਕਰਦੀ ਹਾਂ ਕਿ ਹੁਣ ਤੁਸੀਂ ਘਰ ਬੈਠ ਕੇ ਇਸ ਦਾ ਚੰਗੀ ਤਰ੍ਹਾਂ ਅਧਿਐਨ ਕਰੋਗੇ।